ਪ੍ਰੋਗਰਾਮ ਕਿਸਾਨ ਬਾਣੀ ਦੇ ਪ੍ਰਯੋਜਕ ਨੇ ਖੇਤੀਬਾੜੀ ਸਹਿਕਾਰਤਾ ਅਤੇ ਕਿਸਾਨ ਭਲਾਈ ਮੰਤਰਾਲਾ, ਭਾਰਤ ਸਰਕਾਰ। ਪ੍ਰੋਗਰਾਮ ਕਿਸਾਨ ਬਾਣੀ ਸੁਣ ਰਹੇ ਸਾਰੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਮੇਰੇ ਗੁਰਲੀਨ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਕਿਸਾਨ ਵੀਰੋ ਤੇ ਭੈਣੋ, ਪ੍ਰੋਗਰਾਮ ਕਿਸਾਨ ਬਾਣੀ ਦਾ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਿਨ ਸੋਮਵਾਰ ਨੂੰ ਕੋਈ ਨਾ ਕੋਈ ਖਾਸ ਵਿਸ਼ਾ ਜਿਹੜਾ ਉਹ ਕਿਸਾਨਾਂ ਦੇ ਸੰਬੰਧ ਦੇ ਵਿੱਚ ਰੱਖਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਦੀ ਖੇਤੀ ਜਾਂ ਕਿਹੋ ਜਿਹੇ ਸੁਧਰੇ ਹੋਏ ਢੰਗ ਜਾਂ ਕਿਹੜੀਆਂ ਗੱਲਾਂ ਦਾ ਖਿਆਲ ਹੈ ਜਿਹੜਾ ਉਹ ਕਿਸਾਨ ਵੀਰਾਂ ਨੇ ਆਪਣੇ ਖੇਤਾਂ ਦੇ ਵਿੱਚ ਰੱਖਣਾ, ਕਿਉਂਕਿ ਖੇਤਾਂ ਤੋਂ ਮਿਲਣ ਵਾਲੀ ਚੀਜ਼ ਹੀ ਉਹਨਾਂ ਦੀ ਇੱਕ ਮੇਨ ਜਾਂ ਅਸੀਂ ਮੁੱਖ ਕਹਿ ਦਈਏ ਕਿ ਮੁੱਖ ਜਿਹੜੀ ਆਮਦਨ ਦਾ ਸਾਧਨ ਹੈ ਉਹ ਉਹਨਾਂ ਦੇ ਖੇਤ ਹੀ ਹੁੰਦੇ ਨੇ। ਬਿਲਕੁਲ ਜੀ, ਅੱਜ ਅਸੀਂ ਜੇਕਰ ਇਸ ਮੌਸਮ ਦੀ ਗੱਲ ਕਰੀਏ ਤਾਂ ਝੋਨਾ ਇਸ ਮੌਸਮ ਦੇ ਵਿੱਚ ਬੀਜੀ ਜਾਣ ਵਾਲੀ ਇੱਕ ਪ੍ਰਮੁੱਖ ਫਸਲ ਹੈ ਤੇ ਝੋਨੇ ਦੀ ਕਾਸ਼ਤ ਦੇ ਸੁਧਰੇ ਹੋਏ ਢੰਗਾਂ ਦੇ ਬਾਰੇ ਸਾਨੂੰ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਜਗਦੀਸ਼ ਸਿੰਘ। ਡਾਕਟਰ ਸਾਹਿਬ, ਸਟੂਡੀਓ ਵਿੱਚ ਪਹੁੰਚਣ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਜੀ ਬਹੁਤ ਧੰਨਵਾਦ। ਮੇਰੇ ਵੱਲੋਂ FM ਦੀ ਟੀਮ ਅਤੇ ਸਮੂਹ ਸਰੋਤਾ ਕਿਸਾਨ ਵੀਰਾਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਡਾਕਟਰ ਸਾਹਿਬ, ਜਿਵੇਂ ਕਿ ਅਸੀਂ ਵਿਸ਼ੇ ਦੀ ਗੱਲ ਕੀਤੀ ਕਿ ਕਿਸਾਨ ਵੀਰਾਂ ਨੂੰ ਅੱਜ ਅਸੀਂ ਝੋਨੇ ਦੀ ਕਾਸ਼ਤ ਦੇ ਸੁਧਰੇ ਹੋਏ ਢੰਗਾਂ ਦੇ ਬਾਰੇ ਦੱਸਣਾ ਹੈ। ਬੇਸ਼ੱਕ ਸਾਡੇ ਕਿਸਾਨ ਵੀਰ ਇਸ ਗੱਲ ਤੋਂ ਭਲੀ ਭਾਂਤੀ ਜਾਣੂ ਨੇ ਕਿ ਨਿਰੰਤਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਉਸ ਦੇ ਨਾਲ ਜੁੜੇ ਹੋਏ ਵੱਖ-ਵੱਖ ਅਦਾਰੇ ਆ ਜਿਹੜੇ ਉਹ ਨਿਰੰਤਰ ਕਿਸਾਨਾਂ ਦੇ ਸੁਧਾਰ ਦੇ ਲਈ, ਉਹਨਾਂ ਦੀ ਆਮਦਨ ਦੇ ਵਿੱਚ ਸੁਧਾਰ ਦੇ ਲਈ, ਉਹਨਾਂ ਦੀਆਂ ਫਸਲਾਂ ਦੀ ਪੈਦਾਵਾਰ ਦੇ ਸੁਧਾਰ ਦੇ ਲਈ ਨਿਰੰਤਰ ਜਿਹੜੀਆਂ ਖੋਜਾਂ ਨੇ ਉਹ ਕਰਦੇ ਰਹਿੰਦੇ ਨੇ। ਤਾਂ ਕਿਤੇ ਨਾ ਕਿਤੇ ਜੇਕਰ ਕਾਸ਼ਤਕਾਰੀ ਢੰਗਾਂ ਦੀ ਗੱਲ ਕਰੀਏ ਤਾਂ ਆਮ ਸਧਾਰਨ ਭਾਸ਼ਾ ਦੇ ਵਿੱਚ ਕੀ ਅੱਜ ਜਿਹੜਾ ਖਾਸ ਹੈ ਉਹ ਅਸੀਂ ਕਿਸਾਨ ਵੀਰਾਂ ਦੇ ਨਾਲ ਸਾਂਝਾ ਕਰਨਾ ਹੈਗਾ। ਗੁਲੀਨ ਜੀ, ਖਾਸ ਤੌਰ ਤੇ ਜੇ ਅੱਜ ਦੇ ਸਮੇਂ ਦੀ ਗੱਲ ਕਰੀਏ ਜੀ ਤਾਂ ਆਉਣ ਵਾਲੀ 17 ਤਰੀਕ ਤੋਂ ਇਹ ਸਾਡੀ ਜਿਹੜੀ ਝੋਨੇ ਦੀ ਲਵਾਈ ਹੈ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਸ਼ੁਰੂ ਹੋ ਰਹੀ ਹੈ ਜੀ ਤੇ ਬਹੁਤ ਹੀ ਇਹ ਸਮਾਂ ਜਿਹੜਾ ਅੱਗੇ ਕਿਸਾਨ ਵਾਸਤੇ ਬਹੁਤ ਇੱਕ ਬਿਜੀ ਸ਼ਡਿਊਲ ਵਾਲਾ ਆਉਣਾ ਹੈ। ਉਹਦੇ ਵਿੱਚ ਉਹਨੇ ਜੋ ਝੋਨੇ ਲਈ ਖੇਤ ਦੀ ਤਿਆਰੀ ਕਰਨੀ ਹੈ ਜੀ, ਬਾਕੀ ਲਵਾਈ ਸਮੇਂ ਕੀ ਧਿਆਨ ਰੱਖਣਾ ਹੈ, ਕੀ ਉਹਨੇ ਅੱਗੇ ਆਪਦੇ ਪ੍ਰਬੰਧ, ਕੋਈ ਖਾਦਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਤੇ ਜਿਹੜੇ ਨਦੀਨਾਂ ਦੀ ਕੋਈ ਰੋਕਥਾਮ ਹੈ ਜਾਂ ਹੋਰ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਇਸ ਝੋਨੇ ਦੀ ਕਾਸ਼ਤ ਵਿੱਚ ਆਉਣੀਆਂ ਹੈ ਉਹਨਾਂ ਬਾਰੇ 'ਚ ਕਾਫੀ ਸਾਡੀ ਮਤਲਬ ਜੋ ਰਿਸਰਚ ਜਾਂ ਜੋ ਖੋਜ ਸਾਇੰਸਦਾਨਾਂ ਵੱਲੋਂ ਹੋ ਚੁੱਕੀ ਹੈ ਜੀ, ਉਹਦੇ ਨਾਲ ਸੰਬੰਧਿਤ ਜੋ ਟੈਕਨੋਲੋਜੀ ਹੈ ਉਹੀ ਮੈਂ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੂੰਗਾ ਤਾਂ ਕਿ ਉਹ ਤੋਂ ਸਮੇਂ ਅਨੁਸਾਰ ਲਾਹਾ ਲੈ ਕੇ ਚੰਗੀ ਫਸਲ, ਘੱਟ ਖਰਚਾ ਤੇ ਖਾਸ ਤੌਰ ਤੇ ਪਾਣੀ ਦੀ ਸੁਚੱਜੀ ਤੇ ਸਹੀ ਵਰਤੋਂ ਜੀ, ਕਿਉਂਕਿ ਝੋਨੇ ਨੂੰ ਕਈ ਵਾਰੀ ਪਾਣੀ ਨਾਲ ਆਮ ਤੌਰ ਤੇ ਜੋੜਿਆ ਜਾਂਦਾ ਹੈ ਜੀ, ਪਰੰਤੂ ਜੇ ਕੋਈ ਉਹਦੇ ਵਿੱਚ ਫਾਲਤੂ ਦੀ ਵਰਤੋਂ ਜਾਂ ਬੇਲੋੜੀ ਵਰਤੋਂ ਹੋ ਰਹੀ ਹੈ ਤੇ ਉਹਦੇ ਬਾਰੇ ਵਿੱਚ ਵੀ ਅਸੀਂ ਕਿਸਾਨਾਂ ਨੂੰ ਸਲਾਹ ਦੇਵਾਂਗੇ ਵੀ ਕਿਸ ਢੰਗ ਨਾਲ ਉਹ ਸੁਚੱਜੀ ਵਰਤੋਂ, ਸਹੀ ਵਰਤੋਂ ਕਰ ਸਕਦੇ ਆ ਜੀ। ਤੇ ਉਮੀਦ ਕਰਦੇ ਹਾਂ ਕਿ ਇਸ ਵਿਸ਼ੇ ਦੇ ਨਾਲ ਸੰਬੰਧਿਤ ਜਿਹੜੇ ਵੀ ਕਿਸਾਨ ਵੀਰਾਂ ਦੇ ਸਵਾਲ ਨੇ ਉਹ ਸਾਡੇ ਸਟੂਡੀਓ ਦਾ ਨੰਬਰ 0164224331 ਡਾਇਲ ਕਰਕੇ ਸਾਡੇ ਨਾਲ ਜੁੜਨਗੇ ਤੇ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਜ਼ਰੂਰ ਲੈਣਗੇ। ਵਿਸ਼ਾ ਇੱਕ ਵਾਰੀ ਮੈਂ ਕਿਸਾਨ ਵੀਰਾਂ ਦੇ ਲਈ ਦੁਹਰਾ ਦੇਣਾ ਚਾਹੁੰਦੀ ਹਾਂ, ਝੋਨੇ ਦੀ ਕਾਸ਼ਤ ਦੇ ਸੁਧਰੇ ਹੋਏ ਢੰਗ। ਡਾਕਟਰ ਸਾਹਿਬ, ਵੱਖ-ਵੱਖ ਤਰੀਕਿਆਂ ਦੇ ਨਾਲ ਕਾਸ਼ਤਕਾਰੀ ਦੀ ਗੱਲ ਕੀਤੀ ਜਾਂਦੀ ਹੈ ਕਿ ਸਿੱਧੀ ਬਿਜਾਈ ਹੈ ਜਿਹੜੀ ਉਹ ਵੀ ਹੁੰਦੀ ਹੈਗੀ ਜਾਂ ਪੁਰਾਤਨ ਤਰੀਕੇ ਦੇ ਨਾਲ ਜਿਹੜੀ ਪਨੀਰੀ ਦੇ ਮਾਧਿਅਮ ਦੇ ਰਾਹੀਂ ਅਸੀਂ ਬਿਜਾਈ ਕਰਦੇ ਸੀ ਉਹ ਵੀ ਹੁੰਦੀ ਹੈ। ਤਾਂ ਜੇਕਰ ਸਭ ਤੋਂ ਪਹਿਲਾਂ ਆਪਾਂ ਪਨੀਰੀ ਵਾਲੇ ਝੋਨੇ ਦੀ ਗੱਲ ਕਰ ਲਈਏ ਤਾਂ ਝੋਨੇ ਦੀ ਪਨੀਰੀ ਰਾਹੀਂ ਜਿਹੜੀ ਲਵਾਈ ਹੈ ਉਸ ਸਮੇਂ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦਾ ਸਾਡੇ ਕਿਸਾਨ ਵੀਰਾਂ ਨੇ ਧਿਆਨ ਰੱਖਣਾ ਹੈਗਾ, ਕਿਉਂਕਿ ਬੇਸ਼ੱਕ ਬਹੁਤੇ ਕਿਸਾਨ ਵੀਰ ਸਿੱਧੀ ਬਿਜਾਈ ਦੇ ਵੱਲ ਆ ਰਹੇ ਨੇ ਪਰ ਹਾਲੇ ਵੀ ਕੁਝ ਕਿਸਾਨ ਵੀਰ ਨੇ ਜਿਹੜੇ ਪਨੀਰੀ ਦੇ ਰਾਹੀਂ ਹੀ ਆਪਣੇ ਝੋਨੇ ਦੀ ਬਿਜਾਈ ਹੈ ਜਿਹੜੀ ਕਰ ਰਹੇ ਨੇ। ਹਾਂਜੀ, ਬਿਲਕੁਲ। ਜੋ ਜ਼ਿਆਦਾਤਰ ਸਾਡੇ ਇਲਾਕੇ ਦੇ ਵਿੱਚ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ ਜੀ, ਹਾਲ ਦੀ ਘੜੀ ਜ਼ਿਆਦਾਤਰ ਪੁਰਾਣੇ ਤਰੀਕੇ ਜੋ ਅਸੀਂ ਕੱਦੂ ਕਰਨ ਤੋਂ ਬਾਅਦ ਪਨੀਰੀ ਰਾਹੀਂ ਝੋਨੇ ਦੀ ਲਵਾਈ ਇਸ ਤਰੀਕੇ ਰਾਹੀਂ ਹੀ ਕਾਸ਼ਤ ਕੀਤੀ ਜਾ ਰਹੀ ਹੈ। ਜਿਹੜੀਆਂ ਭਾਰੀਆਂ ਜ਼ਮੀਨਾਂ, ਦਰਮਿਆਨੀ ਤੋਂ ਭਾਰੀ ਜ਼ਮੀਨ ਦੇ ਵਿੱਚ ਸਿੱਧੀ ਬਿਜਾਈ ਵੱਲ ਕਿਸਾਨ ਜਾ ਰਹੇ ਹੈ ਉਹ ਬਿਲਕੁਲ ਇੱਕ ਨਵੀਂ ਖੋਜ ਤੇ ਨਵੇਂ ਤਜਰਬਿਆਂ ਆਧਾਰ ਤੇ ਕਾਸ਼ਤ ਕੀਤੀ ਜਾ ਰਹੀ ਹੈ। ਪਰੰਤੂ ਜੋ ਕਾਸ਼ਤ ਪਿਛਲੇ ਲੰਬੇ ਸਮੇਂ ਤੋਂ ਸਾਡੇ ਇਲਾਕੇ ਵਿੱਚ ਹੋ ਰਹੀ ਹੈ ਉਸ ਵੇਲੇ ਖਾਸ ਤੌਰ ਤੇ ਜੋ ਧਿਆਨ ਰੱਖਣ ਵਾਲੀ ਗੱਲ ਹੈ ਕਿਸਾਨ ਵੀਰਾਂ ਵਾਸਤੇ ਵੀ ਜੋ ਉਹਨਾਂ ਨੇ ਦਰਮਿਆਨੇ ਤੋਂ ਲੰਬੇ ਸਮੇਂ ਤੱਕ ਦੀਆਂ ਵੈਰਾਈਟੀਆਂ ਜੋ ਹੁਣ ਉਹਨਾਂ ਨੇ 17 ਤਰੀਕ ਤੋਂ ਲਵਾਈ ਸ਼ੁਰੂ ਕਰਨੀ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਖੇਤ ਦੀ ਤਿਆਰੀ ਹੈ। ਖੇਤ ਦੀ ਤਿਆਰੀ ਵਿੱਚ
ਆਮ ਤੌਰ ਤੇ ਦੇਖਿਆ ਗਿਆ ਹੈ ਕਿ ਕਿਸਾਨ ਵੀਰਾਂ ਨੇ ਜਿਹੜੇ ਖੇਤਾਂ ਨੂੰ ਕੋਈ ਜ਼ਰੂਰਤ ਸੀ ਉਹਨਾਂ ਨੂੰ ਲੇਜ਼ਰ ਲੈਵਲਰ ਵਰਤ ਕੇ, ਜਾਂ ਜਿਹਨੂੰ ਅਸੀਂ ਕਿਸਾਨ ਵੀਰ ਕੰਪਿਊਟਰ ਕਰਾ ਵੀ ਕਹਿ ਦਿੰਦੇ ਆ, ਜੀ। ਉਹਨਾਂ ਨੂੰ ਲੋੜ ਅਨੁਸਾਰ ਖੇਤਾਂ ਨੂੰ ਪੱਧਰਾ ਵੀ ਕੀਤਾ ਜਾ ਰਿਹਾ ਜਾਂ ਕਰ ਲਿਆ ਗਿਆ ਹੈ। ਜੀ। ਉਸ ਤੋਂ ਬਾਅਦ ਅੱਗੇ ਉਹਨਾਂ ਨੇ ਜਿਵੇਂ ਜਿਵੇਂ ਆਪਣੇ ਖੇਤ ਤਿਆਰ ਕਰਨੇ ਆ ਉਹ ਕਰ ਰਹੇ ਹੈ। ਪਰੰਤੂ ਜੋ ਅਸੀਂ ਇਸ ਸਮੇਂ ਤੇ ਕਿਸਾਨ ਵੀਰਾਂ ਨੂੰ ਖੇਤ ਦੀ ਤਿਆਰੀ ਬਾਰੇ ਸਲਾਹ ਦੇਵਾਂਗੇ ਤਾਂ ਉਹਦੇ ਵਿੱਚ ਖਾਸ ਤੌਰ ਤੇ ਇਹ ਹੈ ਵੀ ਜੋ ਝੋਨੇ ਦੀ ਲਵਾਈ ਹੈ ਇਹਦੇ ਵਿੱਚ, ਜਾਂ ਝੋਨੇ ਦੀ ਕਾਸ਼ਤ ਹੈ, ਇਹਦੇ ਵਿੱਚ ਸਭ ਤੋਂ ਅਹਿਮ ਸਮਾਂ ਜਿਹੜਾ ਕੱਦੂ ਰਾਹੀਂ ਖੇਤੀ ਹੈ, ਇਹਦੇ ਵਿੱਚ ਉਹ ਕੱਦੂ ਕਰਨ ਦੇ ਢੰਗ ਤਰੀਕੇ ਜਾਂ ਕਿੰਨੀ ਚੰਗੀ ਤਰੀਕੇ ਨਾਲ ਕੱਦੂ ਕੀਤਾ ਜਾਂਦਾ ਹੈ। ਦਰਮਿਆਨਿਆਂ ਤੋਂ ਹਲਕੀਆਂ ਜ਼ਮੀਨਾਂ ਹੈ, ਇਹਨਾਂ ਨੂੰ ਸਿਰਫ ਅਸੀਂ ਚੰਗੇ ਕੱਦੂ ਰਾਹੀਂ ਹੀ ਝੋਨੇ ਨੂੰ ਕਾਮਯਾਬੀ ਨਾਲ ਕਾਸ਼ਤ ਕਰ ਸਕਦੇ ਹਾਂ। ਹਾਲਾਂਕਿ ਜੋ ਭਾਰੇ ਖੇਤ ਹੈ, ਜਿੱਥੇ ਥੋੜ੍ਹਾ ਬਹੁਤ ਕੋਈ ਕਲਰਾਠੀਆਂ ਜ਼ਮੀਨਾਂ ਹੈ ਜਾਂ ਕੋਈ ਸੋਰੇ ਕਰਕੇ ਜ਼ਮੀਨ ਪਾਣੀ ਘੱਟ ਪੀਂਦੀ ਹੈ, ਤਾਂ ਉੱਥੇ ਅਸੀਂ ਕਿਸਾਨ ਵੀਰਾਂ ਨੂੰ ਬਿਨਾਂ ਕੱਦੂ ਤੋਂ ਜਾਂ ਘੱਟ ਕੱਦੂ ਨਾਲ ਵੀ ਝੋਨੇ ਦੀ ਲਵਾਈ ਕਰਨ ਦੀ ਸਲਾਹ ਦਿੰਦੇ ਆ। ਤਾਂ ਇਸ ਤਰੀਕੇ ਨਾਲ ਇਹ ਹੈ ਵੀ ਕਿਸਾਨ ਵੀਰ ਸਭ ਤੋਂ ਪਹਿਲਾਂ ਤਾਂ ਆਪਦੀ ਵਿਉਂਤਬੰਦੀ ਹੈ ਜਿਹੜੀ ਵੀ ਜੋ ਪਨੀਰੀ ਹੈ ਉਹਨਾਂ ਦੀ ਹੁਣ ਤਿਆਰ ਹੋ ਰਹੀ ਹੈ। ਤਕਰੀਬਨ ਔਸਤ ਪਨੀਰੀ ਹੈ ਜਿਹੜੀ ਉਹ 1 ਮਹੀਨੇ ਦੇ ਕਰੀਬ ਦੇ ਸਮੇਂ 'ਚ ਚੱਲ ਰਹੀ ਹੈ। ਤਾਂ ਉਹਨੂੰ ਸਮੇਂ ਸਿਰ ਲਵਾਈ ਵਾਸਤੇ ਉਹਨੂੰ ਜਿਹੜੀਆਂ ਕਿਸਮਾਂ ਲੰਬੇ ਸਮੇਂ ਵਾਲੀਆਂ ਉਹਨਾਂ ਨੂੰ ਪਹਿਲ ਦੇਣ। ਦਰਮਿਆਨੇ ਸਮੇਂ ਵਾਲੀਆਂ ਨੂੰ ਜੇ ਅਸੀਂ ਹੁਣ ਤੋਂ ਦੇਖੀਏ ਤਾਂ 10 ਜੁਲਾਈ ਤੱਕ ਤਕਰੀਬਨ ਹੈ ਵੀ ਜੋ ਸਮੇਂ ਅਨੁਸਾਰ ਲੰਬੇ ਸਮੇਂ ਵਾਲੀਆਂ ਅਤੇ ਦਰਮਿਆਨੇ ਸਮੇਂ ਵਾਲੀਆਂ ਵੈਰਾਈਟੀਆਂ, ਅਤੇ ਇੱਥੋਂ ਤੱਕ ਹੈ ਵੀ ਜੋ ਘੱਟ ਸਮਾਂ ਲੈਣ ਵਾਲੀ ਕਿਸਮ ਹੈ, ਖਾਸ ਤੌਰ ਤੇ PR 126 ਕਿਸਮ ਹੈ, ਤਾਂ ਉਹਦੀ ਤੇ ਹਜੇ ਪਨੀਰੀ ਬੀਜਣ ਦਾ ਸਮਾਂ ਚੱਲ ਰਿਹਾ ਹੈ। ਜੀ ਡਾਕਟਰ ਸਾਹਿਬ, ਆਪਾਂ ਇਸ ਸਵਾਲ ਦੇ ਵੱਲ ਮੁੜ ਆਉਂਦੇ ਹਾਂ। ਇੱਕ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਹੈਲੋ, ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਹਾਂਜੀ, ਬਲਵੀਰ ਸਿੰਘ ਹੈ ਜੀ, ਪਿੰਡ ਢੱਡਿਆਂ ਤੋਂ। ਜੀ, ਸਵਾਲ ਕੀ ਹੈ ਜੀ? ਹਾਂਜੀ, ਡਾਕਟਰ ਸਾਹਿਬ ਨੂੰ ਡਾਕਟਰ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ। ਠੀਕ ਹੈ ਜੀ। ਹਾਂਜੀ ਹਾਂਜੀ। ਹਾਂ, ਸਵਾਲ ਇਹ ਹੈ ਵੀ ਪਾਣੀ ਝੋਨਾ ਜਦੋਂ ਆਪਾਂ ਕੱਦੂ ਕਰਕੇ ਲਾਉਨੇ ਆ ਜੀ, ਤੇ ਉਸ ਤੋਂ ਬਾਅਦ ਜੇ ਬੂਝਾ ਮੇਰੇ ਕਈ ਦਿਨਾਂ ਤੋਂ ਪਾਣੀ ਲਾਈਏ? ਹਾਂਜੀ, ਇਹ ਤੁਹਾਡਾ ਬਹੁਤ ਵਧੀਆ ਸਵਾਲ ਹੈ। ਖਾਸ ਤੌਰ ਤੇ ਪਾਣੀ ਦੀ ਵਰਤੋਂ ਸੰਬੰਧੀ ਜੋ ਅਸੀਂ ਗੱਲਬਾਤ ਕਰ ਰਹੇ ਸੀ, ਤਾਂ ਜਦੋਂ ਅਸੀਂ ਖੇਤ ਨੂੰ ਇੱਕ ਵਾਰ ਕੱਦੂ ਕਰ ਲੈਂਦੇ ਹਾਂ ਤੇ ਝੋਨੇ ਦੀ ਲਵਾਈ ਕਰਦੇ ਹਾਂ, ਤਾਂ ਉਸ ਤੋਂ ਤਕਰੀਬਨ 2 ਹਫ਼ਤੇ ਹੀ ਉਹਨੂੰ ਪਾਣੀ ਦੀ ਜ਼ਰੂਰਤ ਹੁੰਦੀ ਹੈ, ਖੜੇ ਪਾਣੀ ਦੀ। ਲਗਾਤਾਰ ਪਾਣੀ ਜਿਹੜਾ 2 ਹਫ਼ਤੇ ਲਈ ਅਸੀਂ ਖੜਾ ਰੱਖਣਾ ਹੁੰਦਾ, ਉਹ ਵੀ ਉਹਨੂੰ ਜ਼ਿਆਦਾ ਡੂੰਘਾ, ਮਤਲਬ ਉਹਨੂੰ ਡੂੰਘਾ ਪਾਣੀ ਨਹੀਂ ਖੜਾ ਰੱਖਣਾ ਹੁੰਦਾ। ਸਿਰਫ 10 ਸੈਂਟੀਮੀਟਰ ਔਸਤ ਪਾਣੀ ਜੇ ਅਸੀਂ ਪਹਿਲੇ 2 ਹਫ਼ਤੇ ਖੇਤ 'ਚ ਖੜਾ ਰੱਖਦੇ ਹਾਂ, ਤਾਂ ਉਸ ਤੋਂ ਬਾਅਦ ਅਸੀਂ ਜ਼ਮੀਨ ਦੀ ਕਿਸਮ ਅਨੁਸਾਰ ਵਾਰੀ ਸਿਰ ਪਾਣੀ, ਜਿਵੇਂ 5 ਦਿਨ ਜਾਂ 7 ਦਿਨ 'ਤੇ ਜਦੋਂ ਤੱਕ ਜ਼ਮੀਨ ਹੈ ਜਿਹੜੀ ਉਹ ਸੁੱਕਦੀ ਹੈ ਜਾਂ ਤੇੜਾ ਨਾ ਪਾਟਣ, ਤਾਂ ਉਨੇ ਵਕਫੇ 'ਤੇ ਜੇ ਅਸੀਂ ਪਾਣੀ ਲਾਈਏ ਤਾਂ ਸਾਡੀ ਫਸਲ ਵੀ ਬਹੁਤ ਵਧੀਆ ਹੁੰਦੀ ਹੈ, ਬਿਮਾਰੀਆਂ ਤੋਂ ਰਹਿਤ ਹੁੰਦੀ ਹੈ, ਔਰ ਪਾਣੀ ਦੀ ਵੀ ਜਿਹੜੀ ਵਰਤੋਂ ਹੈ ਬਹੁਤ ਸੁਚੱਜੇ ਢੰਗ ਨਾਲ ਅਤੇ ਸਹੀ ਢੰਗ ਨਾਲ ਵਰਤੋਂ ਅਸੀਂ ਕਰ ਸਕਦੇ ਹਾਂ। ਸੋ ਸਾਰੇ ਕਿਸਾਨ ਵੀਰਾਂ ਨੂੰ ਤੁਹਾਡੇ ਇਸ ਸਵਾਲ ਰਾਹੀਂ ਮੈਂ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਜੋ ਝੋਨਾ ਅਸੀਂ ਕੱਦੂ ਕਰਕੇ ਲਗਾਉਣਾ, ਅਤੇ ਇਹਦੇ ਵਿੱਚ ਅਸੀਂ ਸਿਰਫ 2 ਹਫ਼ਤੇ ਸਾਡੀ ਜ਼ਰੂਰਤ ਹੈ ਵੀ ਅਸੀਂ ਇਹਨੂੰ ਪਾਣੀ ਨੂੰ ਖੜਾ ਰੱਖਣਾ, ਅਤੇ ਉਸ ਤੋਂ ਬਾਅਦ ਉਹਨੂੰ ਪਾਣੀ ਨੂੰ ਅਸੀਂ ਜ਼ਰੂਰਤ ਅਨੁਸਾਰ ਔਰ ਜ਼ਮੀਨ ਦੀ ਕਿਸਮ ਅਨੁਸਾਰ ਲਗਾਉਣਾ ਹੈ। ਦੂਜਾ ਸਵਾਲ ਇਹ ਹੈ ਜੀ, ਆਪਣੇ ਝੋਨਾ ਕਈ ਵਾਰੀ ਬੂਝਾ ਘੱਟ ਮਾਰਦਾ, ਜਿਹੜੀ 21% ਜੈਂਕ ਆਪਾਂ ਨੂੰ ਕਿੰਨੀ ਪਾਉਣੀ ਚਾਹੀਦੀ ਹੈ? ਕਈ ਵਾਰੀ ਮਾਰ ਕੇ ਇਹ ਕੋਈ ਗੱਲ ਨਹੀਂ, ਤੁਸੀਂ ਜੁੜੇ ਰਹੋ ਗੱਲਬਾਤ ਨਾਲ। ਇਹ ਜੋ ਖਾਦਾਂ ਦੀ ਵਰਤੋਂ ਤੇ ਖਾਸ ਤੌਰ ਤੇ ਜ਼ਿੰਕ ਦੀ ਵਰਤੋਂ ਹੈ, ਇਹਦੇ ਵਿੱਚ ਅਸੀਂ ਗੱਲਬਾਤ ਕਰਾਂਗੇ। ਕੋਈ ਹੋਰ ਤੁਹਾਡਾ ਸਵਾਲ ਹੋਵੇ ਜ਼ਰੂਰ ਧਿਆਨ 'ਚ ਲਿਆਓ। ਠੀਕ ਹੈ ਜੀ, ਧੰਨਵਾਦ ਜੀ। ਸਟੂਡੀਓ ਦੇ ਵਿੱਚ ਕਾਲ ਕਰਨ ਤੇ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਹੀ ਬਾਕੀ ਕਿਸਾਨ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਸਾਡੇ ਅੱਜ ਦੇ ਵਿਸ਼ੇ ਝੋਨੇ ਦੀ ਕਾਸ਼ਤ ਦੇ ਸੁਧਰੇ ਢੰਗਾਂ ਦੇ ਸੰਬੰਧ ਦੇ ਵਿੱਚ ਜੇ ਤੁਹਾਡਾ ਕੋਈ ਸਵਾਲ ਹੈ ਤਾਂ ਸਟੂਡੀਓ ਦਾ ਨੰਬਰ 0164224331 ਡਾਇਲ ਕਰਕੇ ਉਹ ਸਾਡੇ ਨਾਲ ਜੁੜ ਸਕਦੇ ਆ ਤੇ ਡਾਕਟਰ ਸਾਹਿਬ ਤੋਂ ਆਪਣੇ ਬਣਦੇ ਸਵਾਲਾਂ ਦੇ ਜਵਾਬ ਵੀ ਲੈ ਸਕਦੇ ਆ। ਡਾਕਟਰ ਸਾਹਿਬ, ਅਸੀਂ ਮੁੜ ਆਉਂਦੇ ਹਾਂ ਆਪਣੇ ਸਵਾਲ ਦੇ ਵੱਲ ਕਿ ਜਦੋਂ ਅਸੀਂ ਖੇਤ ਦੀ ਤਿਆਰੀ ਕਰਦੇ ਹਾਂ, ਵੱਖ-ਵੱਖ ਕਿਸਮਾਂ ਦੀ ਗੱਲ ਅਸੀਂ ਕਰ ਰਹੇ ਸੀਗੇ ਕਿ ਕਿਸ ਕਿਸਮ ਦੀ ਜਿਹੜੀ ਬਿਜਾਈ ਦਾ ਕੀ ਸਹੀ ਸਮਾਂ ਜਿਹੜਾ ਉਹ ਚੱਲਦਾ ਹੈਗਾ, ਕਿਹੋ ਜਿਹੀਆਂ ਕਿਸਮਾਂ ਦੀ ਜਿਹੜੀ ਪਨੀਰੀ ਹੈ ਉਸ ਨੂੰ ਖੇਤ 'ਚ ਲਾਉਣ ਦਾ ਸਮਾਂ ਤੇ ਕਿਹੋ ਜਿਹੀਆਂ ਕਿਸਮਾਂ ਦੀ ਹਲੇ ਪਨੀਰੀ ਹੀ ਲਾਉਣ ਦਾ ਸਮਾਂ ਚੱਲ ਰਿਹਾ? ਬਿਲਕੁਲ ਹੈ ਜੀ। ਹੁਣ ਉੱਥੇ ਹੀ ਗੱਲ ਕਰ ਰਹੇ ਸੀ ਕਿ ਆਮ ਤੌਰ ਤੇ ਪਨੀਰੀ ਤੋਂ ਬਾਅਦ ਜੋ ਹੁਣ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਸਮਾਂ ਜੀ, ਉਹ ਪਨੀਰੀ ਖੇਤ ਵਿੱਚ ਲਗਾਉਣ ਤੋਂ ਬਾਅਦ 110 ਦਿਨ
ਤੱਕ ਜਾਂ ਕੋਈ ਨਾ ਕੋਈ ਕਿਸਮ ਹੈ ਜਿਹੜੀ ਇਸ ਤੋਂ ਵੱਧ 115 ਦਿਨ ਤੱਕ ਵੀ ਲੈਂਦੀ ਹੈ ਜੀ। ਤੇ ਕੁਝ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਉਹ ਜਿਵੇਂ PR 126 ਹੈ, ਉਹ ਸਿਰਫ 93 ਦਿਨ ਉਹ ਖੇਤ ਦੇ ਵਿੱਚ ਪਨੀਰੀ ਤੋਂ ਬਾਅਦ ਖੜਦੀ ਹੈ ਜੀ। ਤਾਂ ਹਾਂ ਅਸੀਂ ਹੁਣ ਇਸ ਹੀ ਜੋ ਉਹਦੀ ਉਮਰ ਜਾਂ ਉਹਦੀ ਡਿਊਰੇਸ਼ਨ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ ਜੀ ਲੰਬਾ ਸਮੇਂ ਵਿੱਚ ਪੱਕਣ ਵਾਲੀਆਂ ਕਿਸਮਾਂ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ 'ਤੇ ਉਹਦੀ ਲਵਾਈ ਕਰਾਂਗੇ ਜੀ। ਤੇ ਜੋ ਔਸਤਨ ਦਰਮਿਆਨਾ ਸਮਾਂ ਲੈ ਰਹੀਆਂ ਕਿਸਮਾਂ ਉਹਨਾਂ ਨੂੰ ਅਸੀਂ ਬਾਅਦ ਦੇ ਵਿੱਚ ਤਕਰੀਬਨ ਵੀ 1 ਜੁਲਾਈ ਤੋਂ 10 ਜੁਲਾਈ ਤੱਕ ਦਾ ਸਮਾਂ ਵੀ ਚੱਲ ਰਿਹਾ ਹੈ ਜੀ। ਤਾਂ ਉਸ ਤੋਂ ਬਾਅਦ ਜੋ ਕਿਸਮਾਂ ਸਾਡੀਆਂ ਖਾਸ ਤੌਰ 'ਤੇ PR 126 ਹੈ ਜੀ ਇਹਦੀ ਕਾਮਯਾਬੀ ਹੀ ਇਸ ਚੀਜ਼ ਵਿੱਚ ਹੈ ਵੀ ਇਹ ਸਾਡੀ ਜਿਹੜੀ ਲੇਟ ਲਵਾਈ ਹੈ ਜੀ ਉਹਦੇ ਵਿੱਚ ਇਹ ਝਾੜ ਹੁਣ ਤੱਕ ਦਾ ਸਭ ਤੋਂ ਚੰਗਾ ਝਾੜ ਇਹਨੇ ਲੇਟ ਲਵਾਈ ਵਿੱਚ ਦਿੱਤਾ। ਖਾਸ ਤੌਰ 'ਤੇ ਉਹ ਕਿਸਾਨ ਵੀਰ ਜਿਹੜੇ ਆਪਣੀ ਸੱਠੀ ਮੂੰਗੀ ਦੀ ਕਾਸ਼ਤ ਕਰਦੇ ਹੈ ਜਾਂ ਮੱਕੀ ਜੋ ਅਚਾਰ ਪਾਉਣ ਵਾਸਤੇ ਮੱਕੀ ਦੀ ਕਾਸ਼ਤ ਕਰਦੇ ਹੈ, ਉਹਦੀ ਕਟਾਈ ਤੋਂ ਬਾਅਦ ਕਈ ਵਾਰੀ ਉਹ 20 ਜੁਲਾਈ ਔਰ 20 ਜੁਲਾਈ ਤੋਂ ਬਾਅਦ ਵੀ ਇੱਥੋਂ ਤੱਕ ਵੀ ਅਗਸਤ ਦੇ ਪਹਿਲੇ ਹਫ਼ਤੇ ਵੀ ਅਸੀਂ ਕਿਸਾਨਾਂ ਨੂੰ ਝੋਨਾ ਲਗਾਉਂਦੇ ਦੇਖਿਆ ਤੇ ਔਰ ਨਾਲ ਦੀ ਨਾਲ ਇਸ PR 126 ਕਿਸਮ ਤੋਂ ਝਾੜ ਵੀ ਅਸੀਂ ਬਹੁਤ ਚੰਗਾ ਲੈਂਦੇ ਹੋਏ ਦੇਖਿਆ। ਇਸ ਲਈ ਕਿਸਾਨ ਵੀਰਾਂ ਨੂੰ ਦੁਬਾਰਾ ਤੋਂ ਬੇਨਤੀ ਹੈ ਵੀ ਜੋ PR 126 ਕਿਸਮ ਹੈ ਜੀ ਉਹਦਾ ਜਿਹੜਾ ਸਹੀ ਸਮਾਂ ਹੈ ਉਹ ਚੱਲ ਰਿਹਾ ਹੈ, ਉਹ ਤਕਰੀਬਨ ਅਸੀਂ 20 ਜੂਨ ਤੱਕ ਇਹਦੀ ਅਸੀਂ ਪਨੀਰੀ ਦੀ ਬਿਜਾਈ ਕਰ ਸਕਦੇ ਹਾਂ। ਔਰ ਖ਼ਾਸ ਤੌਰ 'ਤੇ ਦੂਸਰੀ ਗੱਲ ਧਿਆਨ 'ਚ ਰੱਖਣ ਵਾਲੀ ਇਹ ਹੈ ਵੀ ਇਹਦੀ ਲਵਾਈ ਖਾਸ ਤੌਰ 'ਤੇ ਜਿਹੜੀ ਕਿਸਮ ਹੈ ਇਹ 25 ਤੋਂ 30 ਦਿਨਾਂ ਦੀ ਹੀ ਪਨੀਰੀ ਖੇਤ 'ਚ ਲਗਾਈ ਜਾ ਸਕਦੀ ਹੈ। ਤੇ ਜੇ ਕਿਸੇ ਕਿਸਾਨ ਦਾ ਖੇਤ ਜਦੋਂ ਵਿਹਲਾ ਹੋਣਾ ਤਾਂ ਉਸ ਹਿਸਾਬ ਨਾਲ ਦਿਨਾਂ ਦੀ ਮਿਣਤੀ ਦੇ ਹਿਸਾਬ ਨਾਲ ਉਹ ਪਨੀਰੀ ਦੀ ਬਿਜਾਈ ਹਫ਼ਤਾ ਅੱਗੇ ਪਿੱਛੇ ਜਿਵੇਂ ਵੀ ਉਹ ਕਰਨੀ ਚਾਹੁੰਦਾ ਕਰ ਸਕਦਾ ਹੈ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਕਈ ਗੱਲਾਂ ਧਿਆਨ ਦੇ ਵਿੱਚ ਰੱਖਣ ਦੇ ਲਈ ਕਿਸਾਨ ਵੀਰਾਂ ਨੂੰ ਦੱਸੀਆਂ ਕਿ ਝੋਨੇ ਦੀ ਜੇਕਰ ਬਿਜਾਈ ਉਹ ਪਨੀਰੀ ਦੇ ਮਾਧਿਅਮ ਦੇ ਜ਼ਰੀਏ ਕਰਦੇ ਆ, ਪਨੀਰੀ ਲਾ ਕੇ ਝੋਨੇ ਦੀ ਜਿਹੜੀ ਬਿਜਾਈ ਉਹ ਕਰਦੇ ਆ, ਤਾਂ ਕਿਹੜੀਆਂ ਗੱਲਾਂ ਦਾ ਉਹ ਧਿਆਨ ਰੱਖਣਗੇ? ਜਿਵੇਂ ਇੱਕ ਕਿਸਾਨ ਵੀਰ ਦਾ ਸਵਾਲ ਇਹ ਵੀ ਆਇਆ ਕਿ ਜਿਹੜਾ ਫਸਲ ਦਾ ਬੂਝਾ ਉਹ ਘੱਟ ਹੁੰਦਾ ਹੈਗਾ, ਤਾਂ ਕਿਹੜੀ ਖਾਦ ਕਿੰਨੀ ਮਾਤਰਾ ਦੇ ਵਿੱਚ ਪਾਉਣੀ ਹੈ? ਅਕਸਰ ਇਹ ਸਾਡੇ ਕਿਸਾਨ ਵੀਰਾਂ ਦਾ ਸਵਾਲ ਹੈ ਜਿਹੜਾ ਉਹ ਸਾਡੇ ਧਿਆਨ ਦੇ ਵਿੱਚ ਆਉਣਾ ਹੈ ਕਿ ਵੱਖ-ਵੱਖ ਕਿਸਮਾਂ ਦੀਆਂ ਖਾਦਾਂ ਹੁੰਦੀਆਂ ਨੇ। ਕਈ ਵਾਰ ਉਹਨਾਂ ਨੂੰ ਇਹ ਹਰ ਵਾਰ ਯਾਦ ਦਿਵਾਉਣ ਦੀ ਲੋੜ ਪੈ ਜਾਂਦੀ ਹੈ ਕਿ ਕਿਸ ਖਾਦ ਦੀ ਕਿੰਨੀ ਵਰਤੋਂ ਹੈ ਜਿਹੜੀ ਉਹਨਾਂ ਨੇ ਖੇਤ ਦੇ ਵਿੱਚ ਕਰਨੀ ਹੈ। ਬੇਸ਼ੱਕ ਉਹ ਇਸ ਨੂੰ ਧਿਆਨ ਦੇ ਵਿੱਚ ਰੱਖਦੇ ਆ, ਪਰ ਥੋੜ੍ਹੀ ਬਹੁਤੀ ਵਾਧ ਘਾਟ ਦੇ ਨਾਲ ਵੀ ਜਿਹੜੀ ਉਹਨਾਂ ਨੂੰ ਇਹ ਸਮੱਸਿਆ ਆਉਂਦੀ ਹੈ। ਇਸ ਦੇ ਵਿੱਚ ਸਭ ਤੋਂ ਪਹਿਲਾਂ ਧਿਆਨ ਦੇਣ ਵਾਲੀ ਗੱਲ ਖਾਸ ਤੌਰ 'ਤੇ ਇਹ ਹੈ ਵੀ ਜੋ ਸਮੇਂ ਸਿਰ ਲਵਾਈ ਹੋ ਰਹੀ ਹੈ ਜੀ, ਇਹਦੇ ਵਿੱਚ ਮਜ਼ਦੂਰਾਂ ਤੋਂ ਜਦੋਂ ਅਸੀਂ ਝੋਨਾ ਲਗਾਉਂਦੇ ਹਾਂ ਤਾਂ ਉਹਨਾਂ ਨੂੰ ਇੱਕੋ ਗੱਲ ਦਾ ਧਿਆਨ ਰੱਖਣਾ ਚਾਹੀਦਾ ਕਿਸਾਨ ਵੀਰਾਂ ਨੂੰ ਬਈ ਉਹਦਾ ਜਿਹੜਾ ਫਾਸਲਾ ਹੈ ਜੀ ਉਹ ਵੱਧ ਤੋਂ ਵੱਧ 20 ਸੈਂਟੀਮੀਟਰ ਤੇ ਘੱਟ ਤੋਂ ਘੱਟ 15 ਸੈਂਟੀਮੀਟਰ ਦੇ ਫਾਸਲੇ ਅਨੁਸਾਰ ਜੀ ਪ੍ਰਤੀ ਵਰਗ ਮੀਟਰ ਜੇ ਅਸੀਂ ਕੋਈ ਉਹਦਾ ਅਸੀਂ ਡੱਬਾ ਦੇਖੀਏ ਤਾਂ ਉਹਦੇ 'ਚ ਔਸਤ 33 ਬੂਟੇ ਲੱਗਣੇ ਚਾਹੀਦੇ ਹੈ ਜੀ। ਜੇ ਅਸੀਂ ਔਸਤ 33 ਬੂਟੇ ਲਗਾਉਣੇ ਹੈ ਔਰ ਹਰੇਕ ਜਗ੍ਹਾ 'ਤੇ ਉਹ ਪਨੀਰੀ ਦੇ 2 ਬੂਟੇ ਲਗਾ ਦਿੰਦੇ ਹੈ ਜੀ, ਤਾਂ ਇਸ ਤਰ੍ਹਾਂ ਦੀ ਜਿਹੜੀ ਫਟਾਰੇ ਸੰਬੰਧੀ ਕਿਸਾਨਾਂ ਦੀ ਕੋਈ ਸਮੱਸਿਆ ਹੈ ਇਹ ਬਿਲਕੁਲ ਨਹੀਂ ਆਉਂਦੀ ਜੀ। ਕਿਉਂਕਿ ਜੋ ਸਿਹਤਮੰਦ ਉਹਨੇ ਫਟਾਰੇ ਲੈਣੇ ਹੁੰਦੇ ਹੈ ਤਾਂ ਉਹ ਸੀਮਤ ਹੀ ਹੁੰਦੇ ਹੈ। ਉਸ ਨੂੰ ਅਸੀਂ ਜ਼ਿਆਦਾ ਖਾਦ ਦੇ ਕੇ ਪਹਿਲਾਂ ਅਸੀਂ ਲਵਾਈ ਸਮੇਂ ਸਿਰ ਸਹੀ ਨਾ ਕਰਵਾਈ ਜੀ, ਉਹਦੀ ਬਜਾਏ ਕਈ ਵਾਰੀ ਅਸੀਂ ਕਿਸਾਨ ਵੀਰਾਂ ਦੇ ਖੇਤਾਂ ਵਿੱਚ ਦੇਖਿਆ ਵੀ ਮੌਕੇ 'ਤੇ ਧਿਆਨ ਨਹੀਂ ਦਿੱਤਾ ਗਿਆ ਜਾਂ ਲੇਬਰ ਨੇ ਕੋਈ ਲਾਪਰਵਾਹੀ ਕੀਤੀ ਤਾਂ ਉਹਨਾਂ ਦੇ ਖੇਤਾਂ ਵਿੱਚ 33 ਬੂਟਿਆਂ ਦੀ ਬਜਾਏ 18, 20 ਜਾਂ 22 ਬੂਟੇ ਹੀ ਦਿਖਾਈ ਦੇ ਰਹੇ ਗਿਣਨ ਵਿੱਚ ਸਾਡੇ ਸਾਹਮਣੇ ਆਏ ਹੈ। ਤਾਂ ਉੱਥੇ ਅਸੀਂ ਦੇਖੋ ਵੀ ਸਾਨੂੰ ਦੁੱਗਣੀ ਉਹਦੇ ਫਟਾਰੇ ਦੀ ਜ਼ਰੂਰਤ ਪਵੇਗੀ। ਪਰੰਤੂ ਨਾਲ ਇਹ ਹੈ ਵੀ ਜੋ ਫਟਾਰਾ ਜਦੋਂ ਅਸੀਂ ਕੋਈ ਬੂਟਾ ਖੇਤ ਵਿੱਚ ਲਗਾਇਆ ਹੈ ਉਹਦੇ ਪਹਿਲੇ 15-20 ਦਿਨਾਂ 'ਚ ਜਿਹੜਾ ਫਟਾਰਾ ਆ ਰਿਹਾ ਹੈ ਉਹ ਸਿਹਤਮੰਦ ਫਟਾਰਾ ਉਹਨੂੰ ਚੰਗੀ ਅਨਾਜ ਪੈਦਾ ਕਰਨ 'ਚ ਚੰਗਾ ਝਾੜ ਦੇਣ 'ਚ ਸਹਾਇਤਾ ਕਰਦਾ ਹੈ। ਪਰੰਤੂ ਜੇ ਅਸੀਂ ਉਹ ਵਿਰਲਾ ਖੇਤ ਹੈ ਖਾਦਾਂ ਦੇ ਜ਼ੋਰ 'ਤੇ ਜਾਂ ਜ਼ਿਆਦਾ ਯੂਰੀਆ ਪਾ ਕੇ ਉਹਨੂੰ ਹੋਰ ਜ਼ਿਆਦਾ ਫਟਾਰਾ ਦਵਾਉਂਦੇ ਹੈ ਤੇ ਉਹ ਕਈ ਵਾਰੀ 25-30 ਦਿਨ ਜਾਂ 40 ਦਿਨ ਤੱਕ ਵੀ ਨਵੀਆਂ ਜੋ ਸਾਖਾਂ ਉਹ ਰਲਦੀਆਂ ਰਹਿੰਦੀਆਂ ਤੇ ਜੇ ਅਸੀਂ ਦੇਖੀਏ ਵੀ ਬਾਅਦ ਦੇ ਵਿੱਚ ਪੱਕਣ ਦੇ ਸਮੇਂ ਵਿੱਚ ਉਹਨਾਂ ਦਾ ਆਪਸ ਵਿੱਚ ਮੇਲ ਬਿਲਕੁਲ ਨਹੀਂ ਹੁੰਦਾ। ਉਹ ਦੇਖਣ ਨੂੰ ਜ਼ਰੂਰ ਲੱਗਦਾ ਵੀ ਖੇਤ ਬਹੁਤ ਭਰਿਆ ਹੋਇਆ, ਪਰੰਤੂ ਉਹਨਾਂ ਜਿਹੜੀਆਂ ਫਾਲਤੂ ਦੀਆਂ ਜੋ ਸਾਖਾਂ ਫੁੱਟੀਆਂ ਉਹਦੇ ਤੋਂ ਕੱਚੇ ਦਾਣੇ ਜਾਂ ਕਈ ਵਾਰੀ ਦਾਣੇ ਨਹੀਂ ਵੀ ਬਣਦੇ ਜਾਂ ਗਿੱਲੇ ਦਾਣੇ ਜੋ ਮੰਡੀ ਦੇ ਵਿੱਚ ਮੋਇਸਚਰ ਦੀ ਪ੍ਰੋਬਲਮ ਆਉਂਦੀ ਹੈ, ਨਮੀ ਦੀ ਪ੍ਰੋਬਲਮ ਆਉਂਦੀ ਹੈ ਵੀ ਜ਼ਿਆਦਾਤਰ ਝੋਨਾ ਸੁੱਕਿਆ ਹੁੰਦਾ ਫਿਰ ਵੀ ਉਹ ਸਾਖਾਂ ਤੋਂ ਜਿਹੜੀਆਂ ਫਾਲਤੂ ਦੀਆਂ ਅਸੀਂ ਫਟਾਰਾ ਲਿਆ ਉਹਨਾਂ ਸਾਖਾਂ ਤੋਂ ਜੋ ਦਾਣੇ ਸਾਨੂੰ ਮਿਲੇ ਹੁੰਦੇ ਆ ਉਹ ਜ਼ਿਆਦਾ ਗਿੱਲੇ ਹੁੰਦੇ ਆ
ਤਾਂ ਉਹਨੂੰ ਸਾਨੂੰ ਵੇਚਣ ਵੇਲੇ ਵੀ ਸਮੱਸਿਆ ਆਉਂਦੀ ਹੈ ਜੀ। ਜਾਣੀ ਦੀ ਕਿਤੇ ਨਾ ਕਿਤੇ ਚੰਗੀ ਗੁਣਵੱਤਾ ਦੇ ਉੱਤੇ ਵੀ ਪ੍ਰਭਾਵ ਪਾ ਦਿੰਦੇ ਆ, ਜਿਹੜਾ ਅਸੀਂ ਮਜਬੂਰੀ ਵਸ ਕਿਵੇਂ ਨਾ ਕਿਵੇਂ ਜਿਹੜਾ ਝਾੜ ਵਧਾਉਂਦੇ ਹੈਗੇ। ਬਿਲਕੁਲ ਹੈ ਜੀ। ਦੂਸਰਾ ਇਹ ਹੈ ਵੀ ਜੇ ਅਸੀਂ ਕਿਸੇ ਵਜ੍ਹਾ ਨਾਲ ਵੀ ਅਸੀਂ ਸਮੇਂ ਤੋਂ ਲੇਟ ਹੋ ਰਹੇ ਹਾਂ ਜੀ, ਤਾਂ ਅਸੀਂ ਇਹਨੂੰ ਫਾਸਲੇ ਨੂੰ 20 ਸੈਂਟੀਮੀਟਰ ਅਤੇ 15 ਸੈਂਟੀਮੀਟਰ ਦੀ ਬਜਾਏ ਦੋਨਾਂ ਸਾਈਡਾਂ ਨੂੰ 15-15 ਸੈਂਟੀਮੀਟਰ ਦੇ ਫਾਸਲੇ ਤੇ ਉਦੋਂ ਔਸਤ ਜਿਹੜੇ ਆ 44 ਬੂਟੇ ਪ੍ਰਤੀ ਵਰਗ ਮੀਟਰ ਬਣਦੇ ਆ ਜੀ। ਤਾਂ ਉਸ ਹਿਸਾਬ ਨਾਲ ਲਗਾਵਾਂਗੇ ਤਾਂ ਸਾਨੂੰ ਜਿਹੜੀ ਫਟਾਰੇ ਦੀ ਜ਼ਰੂਰਤ ਹੈ ਉਹ ਉਨੀ ਹੀ ਮੁਕਾਬਲਤਨ ਘਟ ਜਾਣੀ ਹੈ ਤੇ ਜਿਹੜਾ ਅਸੀਂ ਚੰਗਾ ਉਹ ਤੋਂ ਝਾੜ ਲੈ ਸਕਦੇ ਹਾਂ ਔਰ ਖਾਦਾਂ ਦੀ ਵੀ ਸੀਮਤ ਵਰਤੋਂ ਉਹਦੇ 'ਚ ਹੋਏਗੀ ਜੀ। ਖਾਸ ਤੌਰ ਤੇ ਜੋ ਕਿਸਾਨ ਵੀਰ ਖਾਦਾਂ ਬਾਰੇ ਗੱਲ ਕਰ ਰਿਹਾ ਸੀ ਜੀ, ਤਾਂ ਖਾਦਾਂ ਦੇ ਵਿੱਚ ਜਦੋਂ ਅਸੀਂ ਝੋਨੇ ਦੇ ਖੇਤ ਤਿਆਰ ਕਰਦੇ ਹਾਂ ਕੁਝ ਖਾਦਾਂ ਇਹੋ ਜਿਹੀਆਂ ਹੁੰਦੀਆਂ ਜਿਹੜੀਆਂ ਅਸੀਂ ਖੇਤ ਦੀ ਤਿਆਰੀ ਵੇਲੇ ਵੀ ਖੇਤ ਵਿੱਚ ਪਾ ਸਕਦੇ ਹਾਂ ਜੀ। ਖਾਸ ਤੌਰ ਤੇ ਉਹ ਜ਼ਮੀਨਾਂ ਜਿਨ੍ਹਾਂ ਦੇ ਵਿੱਚ ਅਸੀਂ ਕਣਕ ਵਿੱਚ ਬਿਜਾਈ ਸਮੇਂ ਫਾਸਫੋਰਸ ਖਾਦ ਨਹੀਂ ਪਾਈ ਜੀ, ਜਾਂ ਕੋਈ ਨਵਾਂ ਖੇਤ ਹੈ ਤਾਂ ਉਹਦੇ ਵਿੱਚ ਲੋੜੀਂਦੀ ਜਿਹੜੀ ਸਾਡੀ ਫਾਸਫੋਰਸ ਖਾਦ ਹੈ DAP ਰਾਹੀਂ DAP ਪਵੇਗੀ ਤਾਂ 27 ਕਿਲੋ ਪ੍ਰਤੀ ਏਕੜ ਪਏਗੀ ਜੀ, ਜਾਂ ਉਹਦੀ ਥਾਂ ਤੇ ਸੁਪਰ ਫਾਸਫੇਟ ਜੇ ਕੋਈ ਪਾਉਂਦਾ ਤਾਂ 75 ਕਿਲੋ ਪ੍ਰਤੀ ਏਕੜ ਪਵੇਗੀ। ਜੀ। ਇਸੇ ਤਰੀਕੇ ਨਾਲ ਹਲਕੀ ਜ਼ਮੀਨ ਹੈ ਜੇ ਸਾਡੀ ਮਿੱਟੀ ਟੈਸਟ ਕਰਨ ਦੇ ਆਧਾਰ ਤੇ ਵੀ ਉਹਦੇ ਵਿੱਚ ਘੱਟ ਲੈਵਲ ਆਉਂਦਾ ਹੈ ਤਾਂ ਸਾਨੂੰ ਪੋਟਾਸ਼ ਦੀ ਖਾਦ ਵੀ ਮਤਲਬ 20 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਪੈ ਸਕਦੀ ਹੈ ਜੀ। ਇਹ ਖਾਦਾਂ ਜਿਹੜੀਆਂ ਖੇਤ ਦੀ ਤਿਆਰੀ ਵੇਲੇ ਅਸੀਂ ਕੱਦੂ ਕਰਨ ਤੋਂ ਪਹਿਲਾਂ ਆਖਰੀ ਭਾਈ ਵੇਲੇ ਪਾ ਸਕਦੇ ਹਾਂ ਜੀ। ਇਸ ਤਰੀਕੇ ਨਾਲ ਜ਼ਿੰਕ ਸਲਫੇਟ ਹੈ ਉਹ ਜੋ ਕਿਸਾਨ ਵੀਰ ਦਾ ਸਵਾਲ ਸੀ ਜੀ, ਵੀ 21% ਜ਼ਿੰਕ ਸਲਫੇਟ ਉਹ 25 ਕਿਲੋ ਪ੍ਰਤੀ ਏਕੜ ਜੀ, ਜਾਂ 33% ਜਿਹੜੀ ਸਾਡੀ ਜ਼ਿੰਕ ਸਲਫੇਟ ਹੈ ਉਹ 16 ਕਿਲੋ ਪ੍ਰਤੀ ਏਕੜ ਅਸੀਂ ਖੇਤ 'ਚ ਪਾਉਣੀ ਹੈ। ਜੀ। ਉਹਨੂੰ ਅਸੀਂ ਖੇਤ ਦੀ ਤਿਆਰੀ ਵੇਲੇ ਵੀ ਪਾ ਸਕਦੇ ਹਾਂ ਔਰ ਖੜੇ ਝੋਨੇ ਦੇ ਵਿੱਚ ਵੀ ਉਹਨੂੰ ਅਸੀਂ ਵਰਤ ਸਕਦੇ ਹਾਂ। ਜੀ। ਇਹ ਖਾਦਾਂ ਦਾ ਜਿਹੜਾ ਖਾਸ ਤੌਰ ਤੇ ਕਿਸਾਨ ਨੇ ਖੇਤ ਦੇ ਵਿੱਚ ਝੋਨੇ ਦੀ ਲਵਾਈ ਸਮੇਂ ਖੇਤ ਤਿਆਰ ਕਰਨ ਵੇਲੇ ਇਹਨਾਂ ਖਾਦਾਂ ਦਾ ਵਰਤੋਂ ਦਾ ਧਿਆਨ ਰੱਖਣਾ ਹੈ। ਜੀ। ਡਾਕਟਰ ਸਾਹਿਬ ਇੱਕ ਕਿਸਾਨ ਵੀਰ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਨਾਜਰ ਸਿੰਘ ਪਿੰਡ ਖਾਨਾ ਜੀ। ਜੀ, ਸਵਾਲ ਕੀ ਹੈ ਜੀ? ਸਵਾਲ ਸੁੱਕੇ ਬੰਨ ਚ ਜੀ ਸਾਡੇ ਪਿੰਡ ਦੇ ਝੋਨਾ ਬੀਜੀ ਜਾਂਦੇ ਜੀ, ਰੇਹ ਬੀਜੀ ਜਾਂਦੇ ਯੂਰੀਆ ਜੀ। ਠੀਕ ਹੈ ਜੀ, ਉਹਦਾ ਫਾਇਦਾ ਹੈ ਜੀ? ਹਾਂਜੀ ਮੈਂ ਤੁਹਾਨੂੰ ਕੋਈ ਗੱਲ ਨਹੀਂ, ਹੋਰ ਕੋਈ ਸਵਾਲ ਤੁਹਾਡਾ ਨਾਲ ਜੁੜਦਾ ਹੋਵੇ ਉਹ ਵੀ ਕਵਰ ਕਰ ਲਓ। ਨਾ ਜੀ, ਧੰਨਵਾਦ ਜੀ। ਹਾਂਜੀ, ਖਾਸ ਤੌਰ ਤੇ ਜਿਹੜੀ ਜਿੱਥੋਂ ਤੱਕ ਯੂਰੀਏ ਦੀ ਵਰਤੋਂ ਦਾ ਸਵਾਲ ਹੈ ਹਾਂਜੀ, ਇਹਨੂੰ ਸਾਨੂੰ ਸੁੱਕੇ ਖੇਤ ਵਿੱਚ ਇਹਦਾ ਵਰਤੋਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ। ਜੋ ਝੋਨੇ ਦੇ ਵਿੱਚ ਯੂਰੀਏ ਦੀ ਵਰਤੋਂ ਦੀ ਸਿਫਾਰਿਸ਼ ਕੀਤੀ ਗਈ ਹੈ ਔਸਤ ਖੇਤ ਦੇ ਵਿੱਚ 90 ਕਿਲੋ ਯੂਰੀਆ ਪ੍ਰਤੀ ਏਕੜ ਅਸੀਂ ਵਰਤਣਾ ਹੈ। ਇਹਨੂੰ 3 ਬਰਾਬਰ ਖੁਰਾਕਾਂ ਵਿੱਚ ਵਰਤਣਾ ਹੈ। ਪਹਿਲੀ ਵਾਰ ਯੂਰੀਆ ਅਸੀਂ ਪਹਿਲੇ 1 ਹਫ਼ਤੇ ਦੇ ਵਿੱਚ ਝੋਨੇ ਦੀ ਲਵਾਈ ਤੋਂ ਅਸੀਂ ਖੇਤ ਵਿੱਚ ਪਾਉਣਾ ਹੈ 1/3 ਹਿੱਸਾ 90 ਕਿਲੋ ਦੇ ਵਿੱਚੋਂ ਔਰ ਉਸ ਤੋਂ ਬਾਅਦ ਜਦੋਂ 2 ਹਫ਼ਤੇ ਬਾਅਦ ਅਸੀਂ ਪਾਣੀ ਖੇਤ ਵਿੱਚੋਂ ਘਟਾਉਣਾ ਸ਼ੁਰੂ ਕਰ ਦਿੱਤਾ ਤੇ ਬਾਕੀ ਦੀਆਂ ਜਿਹੜੀਆਂ 2 ਖੁਰਾਕਾਂ ਹੈ ਉਹ 72 ਦੇ ਵਿੱਚ ਗਿੱਲੇ 72 'ਚ ਜਦੋਂ ਪੈਰ ਖੁੱਭਦਾ ਹੋਵੇ ਮਾੜਾ ਮੋਟਾ ਪੈੜਾਂ ਦੇ ਵਿੱਚ ਪਾਣੀ ਵੀ ਖੜਾ ਹੋਵੇ ਪਰ ਪਾਣੀ ਉਹ ਖੇਤ 'ਚ ਨਾ ਭਰਿਆ ਹੋਵੇ ਉਸ ਟਾਈਮ ਤੇ ਅਸੀਂ 1/3 ਖੁਰਾਕ 3 ਹਫ਼ਤੇ ਬਾਅਦ 21 ਦਿਨ ਤੇ ਬਾਕੀ ਰਹਿੰਦੀ ਜਿਹੜੀ 1/3 ਖੁਰਾਕ ਹੈ ਉਹ ਅਸੀਂ ਲੰਬੇ ਸਮੇਂ ਵਾਲੀਆਂ ਕਿਸਮਾਂ ਨੂੰ 6 ਹਫ਼ਤੇ ਪੂਰੇ ਹੋਣ ਤੇ ਜਾਣੀ 40-42 ਦਿਨ ਪੂਰੇ ਹੋਣ ਤੇ ਔਰ ਕੁਝ ਕਿਸਮਾਂ ਇਹੋ ਜਿਹੀਆਂ ਜਿਵੇਂ PR 126 ਜੋ ਘੱਟ ਟਾਈਮ ਲੈਂਦੀਆਂ ਤਾਂ ਉਹਨਾਂ ਨੂੰ ਅਸੀਂ ਤਕਰੀਬਨ 35 ਕੁ ਦਿਨਾਂ ਤੇ ਅਸੀਂ ਯੂਰੀਆ ਜਿਹੜਾ ਪੂਰਾ ਕਰਨਾ ਹੁੰਦਾ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਤੁਹਾਡਾ ਸਵਾਲ ਹੈ ਵੀ ਸੁੱਕੇ ਖੇਤ ਦੇ ਵਿੱਚ ਯੂਰੀਏ ਦੀ ਬਜਾਈ ਇਸ ਤਰ੍ਹਾਂ ਦੀ ਕਿਸੇ ਵੀ ਕਦੇ ਵੀ ਕੋਈ ਸਿਫਾਰਿਸ਼ ਨਹੀਂ ਕੀਤੀ ਗਈ, ਨਾ ਹੀ ਇਹਦਾ ਕੋਈ ਫਾਇਦਾ ਹੋਣਾ ਹੈ। ਤੇ ਇਹ ਕਿਸਾਨ ਕਈ ਵਾਰੀ ਆਪਣੇ ਲੈਵਲ ਤੇ ਜੇ ਕੋਈ ਇਸ ਤਰ੍ਹਾਂ ਦਾ ਤਜਰਬਾ ਕਰ ਰਿਹਾ ਤਾਂ ਉਹ ਬਿਲਕੁਲ ਗਲਤ ਕਰ ਰਿਹਾ। ਜਦੋਂ ਤੱਕ ਸਵਾਲ ਹੁੰਦਾ ਹੈ ਕੋਈ DAP ਖਾਦ ਦਾ ਜਾਂ ਪੋਟਾਸ਼ ਦਾ ਜਾਂ ਜ਼ਿੰਕ ਦਾ, ਉਹ ਸੁੱਕੇ ਖੇਤ ਵਿੱਚ ਖੇਤ ਦੀ ਤਿਆਰੀ ਵੇਲੇ ਉਹ ਪਾ ਸਕਦਾ ਹੈ। ਉਹਨੂੰ ਭਾਵੇਂ ਡਰਿਲ ਕਰਦਾ ਜਾਂ ਵਾਹੁਣ ਵੇਲੇ ਸਿੱਟਾ ਦਿੰਦਾ, ਇਹ ਖਾਦਾਂ ਜ਼ਰੂਰ ਉਸ ਵੇਲੇ ਉਹ ਪਾ ਸਕਦਾ ਹੈ। ਜੀ, ਸਟੂਡੀਓ ਦੇ ਵਿੱਚ ਕਾਲ ਕਰਨ ਤੇ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਹੀ ਡਾਕਟਰ ਸਾਹਿਬ ਅਸੀਂ ਮੁੜ ਆਪਣੇ ਖਾਦਾਂ ਦੇ ਜਿਹੜਾ ਸਵਾਲ ਹੈ ਉਸ ਦੇ ਵੱਲ ਆਉਂਦੇ ਹਾਂ। ਬੇਸ਼ੱਕ ਅਸੀਂ ਕਈ ਤੱਤਾਂ ਦੀ ਗੱਲ ਕੀਤੀ ਕਿ ਫਾਸਫੋਰਸ ਦੀ ਜਿਹੜੀ ਪੂਰਤੀ ਆ ਉਹ
ਕਿੰਨਾ ਤਰੀਕਿਆਂ ਦੇ ਨਾਲ ਜਾਂ ਕਿੰਨਾ ਸਰੋਤਾਂ ਤੋਂ ਕੀਤੀ ਜਾ ਸਕਦੀ ਹੈ। ਪੋਟਾਸ਼ ਦੀ ਜਿਹੜੀ ਪੂਰਤੀ ਆ ਉਹ ਕਿਵੇਂ ਕੀਤੀ ਜਾ ਸਕਦੀ ਹੈ। ਜ਼ਿੰਕ ਦੇ ਲਈ ਤੁਸੀਂ ਦੱਸਿਆ ਕਿ ਜੇਕਰ 21% ਜ਼ਿੰਕ ਦੀ ਜਿਹੜੀ ਵਰਤੋਂ ਕੀਤੀ ਜਾਂਦੀ ਹੈ ਤਾਂ 25 ਕਿਲੋ ਦੀ ਵਰਤੋਂ ਕਰਨੀ ਹੈ। ਜੇਕਰ 33% ਵਾਲੀ ਜ਼ਿੰਕ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਮਹਿਜ਼ 16 ਕਿਲੋ ਦੀ ਵਰਤੋਂ ਹੈ ਜਿਹੜੀ ਉਹ ਸਾਡੇ ਕਿਸਾਨ ਵੀਰਾਂ ਨੇ ਆਪਣੇ ਖੇਤ ਦੇ ਵਿੱਚ ਕਰਨੀ ਹੈ। ਇਸ ਤੋਂ ਇਲਾਵਾ ਵੀ ਕੋਈ ਹੋਰ ਤੱਤ ਨੇ ਜਿਨ੍ਹਾਂ ਦੀ ਸਾਡੇ ਖੇਤ ਦੇ ਵਿੱਚ ਇਸ ਫਸਲ ਨੂੰ ਲੋੜ ਹੁੰਦੀ ਹੈ? ਜੋ ਖੁਰਾਕੀ ਤੱਤਾਂ ਦੇ ਵਿੱਚ ਸਿੱਧੇ ਮਿੱਟੀ ਵਿੱਚ ਪਾਉਣ ਵਾਲੇ ਤੱਤ ਹੈ ਜੀ। ਉਹ ਤਕਰੀਬਨ ਇਹੀ ਤੱਤ ਹੈ ਜੀ। ਉਹਨਾਂ ਵਿੱਚੋਂ ਵੀ ਖਾਸ ਤੌਰ ਤੇ ਜਿਵੇਂ ਪਹਿਲਾਂ ਕਿਹਾ ਸੀ ਵੀ ਪੋਟਾਸ਼ ਨੂੰ ਤਾਂ ਮਿੱਟੀ ਪਰਖ ਦੇ ਆਧਾਰ ਤੇ ਬਹੁਤੀਆਂ ਜ਼ਮੀਨਾਂ ਨੂੰ ਇਹਦੀ ਲੋੜ ਨਹੀਂ ਹੁੰਦੀ, ਜਿੱਥੇ ਜ਼ਰੂਰਤ ਪੈਂਦੀ ਹੈ ਉੱਥੇ ਅਸੀਂ ਪਾਉਣੀ ਹੈ। ਔਰ ਇੱਕ ਖੁਰਾਕੀ ਤੱਤ ਇਹ ਜਿਹਾ ਹੈਗਾ ਵੀ ਜਦੋਂ ਖੇਤ ਅਸੀਂ ਝੋਨੇ ਦੀ ਲਵਾਈ ਹਲਕੇ ਖੇਤ ਵਿੱਚ ਕਰ ਲੈਂਦੇ ਹਾਂ ਔਰ ਕੱਦੂ ਵੀ ਪੂਰਾ ਸਹੀ ਢੰਗ ਨਾਲ ਨਹੀਂ ਹੋਇਆ ਹੁੰਦਾ ਤਾਂ ਉਦੋਂ ਜੋ ਗੋਹ ਵਾਲਾ ਪੱਤਾ ਹੈ ਉਹ ਪੀਲਾ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਹੌਲੀ ਹੌਲੀ ਬਾਅਦ ਵਿੱਚ ਉਹ ਬੂਟੇ ਪੀਲੇ ਹੋ ਜਾਂਦੇ ਆ ਤੇ ਬਾਅਦ 'ਚ ਸੁੱਕਣ ਵੀ ਲੱਗ ਜਾਂਦੇ ਆ। ਉਹ ਇੱਕ ਲੋਹੇ ਤੱਤ ਦੀ ਘਾਟ ਹੁੰਦੀ ਹੈ ਜੀ। ਉਹਦੇ ਲਈ ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਇਹ ਹੁੰਦਾ ਵੀ ਉਸ ਖੇਤ ਵਿੱਚ ਪਾਣੀ ਖੜਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਔਰ ਸਵੇਰ ਵੇਲੇ ਇਸ ਜੋ ਲੋਹਾ ਤੱਤ ਹੈ ਫੈਰਸ ਸਲਫੇਟ ਇਹਨੂੰ 1% 1 ਕਿਲੋ 100 ਲੀਟਰ ਪਾਣੀ ਦੇ ਵਿੱਚ ਬਰੀਕ ਫੁਆਰੇ ਨਾਲ ਅਸੀਂ ਸਪਰੇਅ ਕਰਨੀ ਹੁੰਦੀ ਹੈ। ਇਹਦੀਆਂ ਸਪਰੇਆਂ ਸਾਨੂੰ 2-3 ਸਪਰੇਆਂ ਕਰਨੀਆਂ ਪੈ ਸਕਦੀਆਂ ਜੀ। ਤਾਂ ਉਹਦੇ ਨਾਲ ਜਿਹੜਾ ਇਹ ਖੁਰਾਕੀ ਤੱਤ ਦੀ ਇਹਦੀ ਘਾਟ ਹੈ ਜਿਹੜੀ ਉਹਦਾ ਗੋਭ ਦੇ ਵਿਚਲਾ ਪੱਤਾ ਜੋ ਪੀਲਾ ਨਿਕਲ ਰਿਹਾ ਸੀ ਉਹਨੂੰ ਅਸੀਂ ਦੂਰ ਕਰ ਸਕਦੇ ਹਾਂ। ਪਰੰਤੂ ਕਈ ਕਿਸਾਨ ਵੀਰ ਇਹਨੂੰ ਖੇਤ ਵਿੱਚ ਪਾਉਣ ਦੀ ਕੋਸ਼ਿਸ਼ ਕਰਦੇ ਆ ਜੀ। ਖੇਤ ਵਿੱਚ ਇਹ ਲੋਹਾ ਜੋ ਫੈਰਸ ਸਲਫੇਟ ਹੈ ਇਹਨੂੰ ਪਾਉਣ ਨਾਲ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਮਿਲਦਾ। ਉਹਦੀ ਬਜਾਏ ਸਿਰਫ ਇਹਨੂੰ ਸਪਰੇਅ ਰਾਹੀਂ ਹੀ ਅਸੀਂ ਇਹਦੀ ਜੋ ਖੇਤ ਵਿੱਚ ਵਰਤੋਂ ਕਰ ਸਕਦੇ ਹਾਂ ਤੇ ਉਹਦੇ ਨਾਲ ਹੀ ਇਹਦੀ ਘਾਟ ਹੈ ਜਿਹੜੀ ਅਸੀਂ ਦੂਰ ਕਰ ਸਕਦੇ ਹਾਂ ਜੀ। ਡਾਕਟਰ ਸਾਹਿਬ ਇੱਕ ਹੋਰ ਕਿਸਾਨ ਵੀ ਸਾਡੇ ਨਾਲ ਫੋਨ ਲਾਈਨ ਤੇ ਜੁੜੇ ਨੇ, ਉਹਨਾਂ ਦਾ ਸਵਾਲ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਤੇ ਪਿੰਡ ਦੱਸ ਦਿਓ। ਬਲਬੀਰ ਸਿੰਘ ਬੋਲਦਾ ਜੀ ਬਾਗੇ ਤੋਂ ਜੀ। ਜੀ, ਸਵਾਲ ਕੀ ਹੈ ਜੀ? ਸਵਾਲ ਤਾਂ ਇਹ ਹੈ ਜੀ 1509 ਦੀ ਜੀ ਬਜਾਈ ਕਦੋਂ ਹੋਊਗੀ ਜੀ, ਕਦੋਂ ਫਸਲ ਲੱਗੂਗੀ ਜੀ, ਇਹਦੇ ਬਾਰੇ ਪੁੱਛਣਾ ਜੀ। ਹਾਂਜੀ, ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਤੇ ਬਾਕੀ ਜੋ ਤੁਸੀਂ 1509 ਕਿਸਮ ਦੀ ਗੱਲ ਕਰਦੇ ਆ ਇਹ ਸਭ ਤੋਂ ਘੱਟ ਸਮਾਂ ਲੈਣ ਵਾਲੀ ਕਿਸਮ ਹੈ ਬਾਸਮਤੀ ਦੀ। ਅੱਛਾ ਜੀ। ਤਾਂ ਇਸ ਲਿਹਾਜ਼ ਨਾਲ ਇਹਦਾ ਜਿਹੜਾ ਪਨੀਰੀ ਲਵਾਈ ਦਾ ਸਮਾਂ ਉਹ ਤਕਰੀਬਨ ਜੋ ਇਸ ਤੋਂ ਬਾਅਦ ਆਪਾਂ ਜੂਨ ਦੀ 20 ਤਰੀਕ ਤੱਕ ਜਾਂ ਉਸ ਤੋਂ ਅਸੀਂ ਜਿਹੜੀ ਅਗਲੀ ਫਸਲ ਜਾਂ ਪਹਿਲਾਂ ਤੁਹਾਡੇ ਖੇਤ ਦੇ ਵਿੱਚ ਕੋਈ ਮੂੰਗੀ ਬੀਜੀ ਹੋਈ ਹੈ ਜਾਂ ਮੱਕੀ ਬੀਜੀ ਹੋਈ ਹੈ ਤਾਂ ਖਾਸ ਤੌਰ ਤੇ ਇਹ ਧਿਆਨ ਰੱਖਣ ਵਾਲੀ ਗੱਲ ਹੁੰਦੀ ਹੈ ਕਿ ਇਹ ਘੱਟ ਸਮੇਂ ਵਾਲੀਆਂ ਕਿਸਮਾਂ ਨੂੰ ਅਸੀਂ 25 ਤੋਂ 30 ਦਿਨ ਦੇ ਵਿੱਚ ਹੀ ਖੇਤ ਵਿੱਚ ਲਗਾਉਣਾ ਹੁੰਦਾ ਹੈ। ਤਾਂ ਉਹ ਇਹ ਦਿਨਾਂ ਦੀ ਗਿਣਤੀ ਜ਼ਰੂਰ ਧਿਆਨ 'ਚ ਰੱਖਣਾ ਚਾਹੀਦਾ ਵੀ ਅਸੀਂ ਖੇਤ ਵਿੱਚ ਲਗਾਉਣਾ ਕਦੋਂ ਹੈ, ਕਿਉਂਕਿ ਬਿਜਾਈ ਲਈ ਤਾਂ ਸਿਫਾਰਸ਼ ਅਨੁਸਾਰ 15-20 ਦਿਨ ਦਿੱਤੇ ਹੁੰਦੇ ਆ, ਪਰੰਤੂ ਤੁਹਾਡੀ ਜਿਹੜੀ ਜ਼ਰੂਰਤ ਹੈ ਉਹ ਕਿਸ ਸਮੇਂ 'ਤੇ ਹੈ। ਇਸ ਕਰਕੇ ਇਹ ਘੱਟ ਸਮਾਂ ਲੈਣ ਵਾਲੀ ਕਿਸਮ ਹੈ। ਇਹਨੂੰ ਤਕਰੀਬਨ 1 ਮਹੀਨੇ ਬਾਅਦ ਹੀ ਗੰਢ ਪੈਣੀ ਸ਼ੁਰੂ ਹੋ ਜਾਂਦੀ ਹੈ ਅਤੇ ਉਹਦੇ ਨਾਲ ਫਿਰ ਫਟਾਰਾ ਇਹਦਾ ਘੱਟ ਜਾਂਦਾ ਹੈ। ਖਾਸ ਤੌਰ 'ਤੇ ਧਿਆਨ ਰੱਖਣ ਵਾਲੀ ਇਹਦੇ 'ਚ ਗੱਲ ਇਹੀ ਹੈ ਵੀ ਇਹਨੂੰ ਖੇਤ ਵਿੱਚ ਲਗਾਉਣ ਦਾ ਸਮਾਂ ਜਿਹੜਾ 25 ਤੋਂ 30 ਦਿਨ ਹੀ ਹੈ। ਤਾਂ ਜਿਹੜਾ ਬਿਜਾਈ ਦਾ ਸਮਾਂ ਹੈ ਉਹ ਇਸ ਤੋਂ ਬਾਅਦ ਤਕਰੀਬਨ 20 ਜੂਨ ਤੱਕ ਚੱਲ ਰਿਹਾ ਹੈ। ਤਾਂ ਉਹਨੂੰ ਉਸ ਤੋਂ ਅੱਗੇ ਜਾਂ ਪਿੱਛੇ ਜੇ ਤੁਹਾਨੂੰ ਜ਼ਰੂਰਤ ਮੁਤਾਬਕ ਤੁਸੀਂ ਲਗਾਉਣੀ ਚਾਹੁੰਦੇ ਹੋ ਤਾਂ ਲਗਾ ਸਕਦੇ ਹਾਂ। 20 ਜੂਨ ਦੇ ਆਸੇ-ਪਾਸੇ ਲਾ ਸਕਦੇ ਬਾਕੀ ਜੀ। ਹਾਂਜੀ, ਉਸ ਤੋਂ ਅਸੀਂ ਆਪਦੀ ਜ਼ਰੂਰਤ ਵੀ ਦੇਖਣੀ ਹੈ ਵੀ ਸਾਡੀ ਅਸੀਂ ਫਸਲ ਅੱਗੇ ਖੇਤ ਦੇ ਵਿੱਚ ਕਦੋਂ ਲਗਾਉਣੀ ਹੈ, ਤਾਂ ਉਹ ਸਾਡਾ ਸਮਾਂ ਜਿਹੜਾ 25 ਤੋਂ 30 ਦਿਨ ਦਾ ਉਹਦੇ ਵਿੱਚ ਅਸੀਂ ਦੇਖ ਸਕਦੇ ਹਾਂ। ਠੀਕ ਹੈ, ਠੀਕ ਹੈ ਜੀ। ਸਟੂਡੀਓ ਦੇ ਵਿੱਚ ਕਾਲ ਕਰਨ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਹੀ ਡਾਕਟਰ ਸਾਹਿਬ ਜਿਵੇਂ ਕਿ ਸਮਾਂ ਜਿਹੜਾ ਉਹ ਨਿਰੰਤਰ ਆਪਣੀ ਚਾਲ ਹੈ, ਚੱਲਦਾ ਜਾ ਰਿਹਾ ਤੇ ਸਾਡੇ ਕੋਲੇ ਕੁਝ ਮਿੰਟਾਂ ਦਾ ਸਮਾਂ ਜਿਹੜਾ ਉਹ ਬਚਦਾ, ਤਾਂ ਕਿਉਂ ਨਾ ਅਸੀਂ ਗੱਲ ਕਰ ਲਈਏ ਕਿ ਜਿਹੜੀ ਨਦੀਨਾਂ ਦੀ ਰੋਕਥਾਮ ਹੈਗੀ, ਕਿਉਂਕਿ ਨਦੀਨ ਵੀ ਇੱਕ ਵੱਡੀ ਸਮੱਸਿਆ ਹੁੰਦੀ ਹੈ ਹਰ ਫਸਲ ਦੇ ਵਿੱਚ। ਤਾਂ ਝੋਨੇ ਦੀ ਫਸਲ ਦੇ ਵਿੱਚ ਨਦੀਨਾਂ ਦੀ ਰੋਕਥਾਮ ਕਿਵੇਂ ਕੀਤੀ ਜਾ ਸਕਦੀ ਹੈ, ਜਾਂ ਕਿਹੋ ਜਿਹੇ ਨਦੀਨ ਹੈ ਜਿਹੜੇ ਇੱਕ ਖਾਸ ਸਮੱਸਿਆ ਦੇ ਰੂਪ ਦੇ ਵਿੱਚ ਕਿਸਾਨਾਂ ਦੇ ਸਾਹਮਣੇ ਆਉਂਦੇ ਨੇ? ਹਾਂਜੀ, ਜੋ ਅਸੀਂ ਇਹ ਕੱਦੂ ਕਰਨ ਵਾਲੇ ਖੇਤ ਵਿੱਚ ਝੋਨੇ ਦੀ ਲਵਾਈ ਕਰਦੇ ਹਾਂ ਤਾਂ ਇਹਦੇ ਵਿੱਚ ਸਭ ਤੋਂ ਨਦੀਨਾਂ ਦੀ ਰੋਕਥਾਮ ਲਈ ਸਭ ਤੋਂ ਵੱਡਾ ਰੋਲ ਹੈ ਜਿਹੜਾ ਪਹਿਲੇ 2 ਹਫ਼ਤੇ ਵਿੱਚ ਅਸੀਂ ਖੇਤ ਵਿੱਚ ਪਾਣੀ ਭਰਦੇ ਹਾਂ, ਖੇਤ ਦਾ ਪੱਧਰ ਹੋਣਾ, ਚੰਗਾ ਕੱਦੂ ਹੋਣਾ। ਔਰ ਇਹਦੇ ਨਾਲ ਅਸੀਂ ਜੋ ਦਵਾਈਆਂ ਅਸੀਂ ਇਹ ਨਦੀਨਾਂ ਦੀ ਰੋਕਥਾਮ ਲਈ ਵਰਤਨੇ ਆ, ਕਿਉਂਕਿ ਕਈ ਵਾਰੀ ਲਗਾਤਾਰ ਅਸੀਂ ਪਾਣੀ ਨਹੀਂ ਵੀ ਖੜਾ ਸਕਦੇ, ਕਦੇ ਨਾ ਕਦੇ ਕਿਸੇ ਕੋਈ ਬਿਜਲੀ ਦੀ ਕੋਈ ਸ਼ਾਰਟ ਸਪਲਾਈ ਜਾਂ ਕਿਸੇ ਹੋਰ ਵਜ੍ਹਾ ਨਾਲ ਖੇਤ ਸੁੱਕ ਜਾਂਦਾ ਹੈ ਤਾਂ ਨਦੀਨਾਂ ਦਾ ਜਿਹੜਾ ਸਾਡੀ ਫਸਲ 'ਤੇ ਹਮਲਾ ਹੋ ਜਾਂਦਾ ਹੈ। ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਪਹਿਲੇ 3 ਦਿਨਾਂ ਦੇ ਵਿੱਚ ਵਰਤਣ ਵਾਲੀਆਂ ਦਵਾਈਆਂ ਹੈ। ਖਾਸ ਤੌਰ 'ਤੇ ਜੋ ਪਹਿਲਾਂ ਦਵਾਈ ਅਸੀਂ ਵਰਤਦੇ ਸੀ ਬੂਟਾ ਕਲੋਰ
50% ਈਸੀ ਜਿਹੜੀ ਹੈ ਉਹਨੂੰ ਅਸੀਂ 1200 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਵਰਤਣਾ ਹੁੰਦਾ ਹੈ ਜੀ ਇਹਨੂੰ ਰੇਤੇ ਵਿੱਚ ਮਿਲਾ ਕੇ ਜੀ ਤਕਰੀਬਨ 50-60 ਕਿਲੋ ਰੇਤੇ 'ਚ ਜੇ ਅਸੀਂ ਮਿਲਾ ਕੇ ਤੇ ਇਕਸਾਰਤਾ ਨਾਲ ਖੜੇ ਪਾਣੀ ਵਿੱਚ ਸਿੱਟਾ ਦਿੰਦੇ ਹਾਂ ਤਾਂ ਇਹ ਤੋਂ ਅਸੀਂ ਪੂਰੇ ਦਾ ਪੂਰਾ ਫਾਇਦਾ ਲੈ ਸਕਦੇ ਹਾਂ। ਉਸ ਤੋਂ ਬਾਅਦ ਜਿਹੜੀ ਆਮ ਕਿਸਾਨ ਵਰਤ ਰਹੇ ਹੈ ਪਟਿਲਾ ਕਲੋਰ ਦਵਾਈ ਹੈਗੀ ਹੈ ਜੀ ਉਹ 50% ਜਿਹੜੀ ਹੈ ਦਵਾਈ ਉਹ 600 ਮਿਲੀਲੀਟਰ ਪ੍ਰਤੀ ਏਕੜ ਜੀ ਔਰ ਜੋ 37.5% EW ਉਹਦਾ ਫਾਰਮੂਲੇਸ਼ਨ ਆਉਂਦੀ ਹੈ ਜੀ ਉਹਨੂੰ ਅਸੀਂ 750 ਮਿਲੀਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਅਸੀਂ ਉਸੇ ਤਰੀਕੇ ਨਾਲ ਖੜੇ ਪਾਣੀ ਵਿੱਚ 2-3 ਦਿਨਾਂ ਦੇ ਵਿੱਚ ਅਸੀਂ ਰੇਤੇ 'ਚ ਰਲਾ ਕੇ ਸਿੱਟਾ ਦੇ ਸਕਦੇ ਹਾਂ। ਬਾਕੀ ਹੋਰ ਦਵਾਈਆਂ ਕੁਝ ਜਿਸ ਤਰ੍ਹਾਂ ਮੋਥਰਾ ਵਗੈਰਾ ਹੁੰਦਾ ਹੈ ਤਾਂ ਉਹਨਾਂ ਖੇਤਾਂ ਵਿੱਚ ਕਿਸਾਨ ਵੀਰ ਸਾਥੀ ਦਵਾਈ ਦੀ ਵਰਤੋਂ ਕਰਦੇ ਹੈ ਉਹ 60 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਕਰਦੇ ਆ ਤਾਂ ਉਹਨੂੰ ਵੀ ਵਰਤਣ ਦਾ ਤਰੀਕਾ ਇਹੀ ਹੈ ਵੀ ਪਹਿਲੇ 2-3 ਦਿਨਾਂ ਦੇ ਵਿੱਚ ਅਸੀਂ ਇਕਸਾਰਤਾ ਨਾਲ ਰੇਤੇ 'ਚ ਰਲਾ ਕੇ ਅਸੀਂ ਸਿੱਟਾ ਦੇਈਏ। ਕਈ ਕਿਸਾਨ ਵੀਰ ਇਹਨੂੰ ਬੋਤਲ ਰਾਹੀਂ ਜਾਂ ਕੁਝ ਯੂਰੀਏ ਵਗੈਰਾ 'ਚ ਰਲਾ ਕੇ ਸਿੱਟਣ ਦੀ ਕੋਸ਼ਿਸ਼ ਕਰਦੇ ਆ ਉਹਦਾ ਸਹੀ ਤਰੀਕਾ ਨਹੀਂ ਹੁੰਦਾ। ਸਹੀ ਤਰੀਕਾ ਇਹੀ ਹੈ ਵੀ ਜੇ ਅਸੀਂ ਉਹਨੂੰ ਰੇਤੇ ਵਿੱਚ ਰਲਾ ਕੇ ਸਿੱਟਦੇ ਹਾਂ ਤਾਂ ਹਰ ਕੋਨੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਇਕਸਾਰਤਾ ਨਾਲ ਉਹਦਾ ਸਿੱਟਾ ਆ ਜਾਂਦਾ ਜੀ ਤਾਂ ਫਿਰ ਅਸੀਂ ਉਹ ਤੋਂ ਉਹਦਾ ਪੂਰਾ ਫਾਇਦਾ ਲੈ ਸਕਦੇ ਹਾਂ ਔਰ ਨਦੀਨਾਂ ਦੀ ਰੋਕਥਾਮ ਕਰ ਸਕਦੇ ਹਾਂ। ਜੀ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ-ਵੱਖ ਰਸਾਇਣਾਂ ਦੀ ਵਰਤੋਂ ਦੇ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਕੀ ਰਸਾਇਣਾਂ ਤੋਂ ਇਲਾਵਾ ਕੁਦਰਤੀ ਕੋਈ ਤਰੀਕਾ ਵੀ ਹੈ ਜਿਸ ਦੇ ਨਾਲ ਕਿਸਾਨ ਵੀਰ ਇਸ ਦੀ ਰੋਕਥਾਮ ਹੈ ਜਿਹੜੀ ਉਹ ਕਰ ਸਕਦੇ? ਕੁਦਰਤੀ ਤਰੀਕੇ ਦੇ ਵਿੱਚ ਸਭ ਤੋਂ ਮੇਨ ਚੀਜ਼ ਤਾਂ ਇਸ ਤਰ੍ਹਾਂ ਦੀ ਖੇਤੀ ਦੇ ਵਿੱਚ ਜਿਹੜਾ ਹੈਗਾ ਵੀ ਸਹੀ ਢੰਗ ਨਾਲ ਕੱਦੂ ਕਰਨਾ ਜੀ ਔਰ ਪਾਣੀ ਖੇਤ ਨੂੰ ਪੱਧਰ ਹੋਣਾ ਜੀ ਕਿਉਂਕਿ ਨਦੀਨ ਉੱਥੇ ਹੀ ਹਰੇ ਹੁੰਦੇ ਆ ਜਿੱਥੇ ਜ਼ਮੀਨ ਪਹਿਲੇ 2 ਹਫ਼ਤਿਆਂ ਦੇ ਵਿੱਚ ਨੰਗੀ ਹੁੰਦੀ ਹੈ ਤੇ ਉਹ ਸੁੱਕਦੀ ਹੈ ਜੀ ਉਹਨਾਂ ਥਾਵਾਂ ਤੇ ਕਈ ਨਦੀਨ ਗਾਰੇ ਵਿੱਚ ਵੀ ਹਰੇ ਹੋ ਸਕਦੇ ਆ ਕਈ ਸੁੱਕੀ ਪੇਪੜੀ ਦੇ ਵਿੱਚ ਹਰੇ ਹੁੰਦੇ ਆ ਵੱਖ-ਵੱਖ ਤਰ੍ਹਾਂ ਦੀਆਂ ਨਦੀਨਾਂ ਦੀਆਂ ਕਿਸਮਾਂ ਹੁੰਦੀਆਂ ਤਾਂ ਉਹਨੂੰ ਜੇ ਅਸੀਂ ਇਹ ਧਿਆਨ ਰੱਖੀਏ ਵੀ ਖੇਤ ਸਾਡਾ ਪੂਰਾ ਪੱਧਰ ਹੋਵੇ ਔਰ ਉਹਨੂੰ ਅਸੀਂ ਕੱਦੂ ਵੀ ਸਹੀ ਢੰਗ ਨਾਲ ਕਰ ਲਿਆ ਤੇ ਪਹਿਲੇ 2 ਹਫ਼ਤੇ ਅਸੀਂ ਪਾਣੀ ਵੀ ਜੋ ਜ਼ਿਆਦਾ ਡੂੰਘਾ ਪਾਣੀ ਨਹੀਂ ਅਸੀਂ ਰੱਖਣਾ ਸਿਰਫ 10 ਜਿਹੜਾ ਸੈਂਟੀਮੀਟਰ ਪਾਣੀ ਹੈ ਉਹਨੂੰ ਅਸੀਂ ਜੇ ਉਸ ਲਿਹਾਜ਼ ਨਾਲ ਪਾਣੀ ਰੱਖਦੇ ਹਾਂ ਤਾਂ ਫਿਰ ਇਹ ਨਦੀਨਾਂ ਦੀ ਰੋਕਥਾਮ ਆ ਜਿਹੜੀ ਉਹ ਤਕਰੀਬਨ ਜ਼ਿਆਦਾਤਰ ਰੋਲ ਉਹ ਪਾਣੀ ਦਾ ਹੀ ਹੋ ਜਾਂਦਾ ਹੈ ਜੀ ਪਰੰਤੂ ਫਿਰ ਵੀ ਕਦੇ ਨਾ ਕਦੇ ਇੱਕ ਫਸਲ ਇਹ ਜਿਹੀ ਹੈ ਵੀ ਪਾਣੀ ਨੂੰ ਲਗਾਤਾਰ ਇੰਨਾ ਰੱਖਣਾ ਇਹ ਕੋਈ ਸਾਡਾ ਗਰੰਟੀ ਨਹੀਂ ਹੈ ਤੇ ਤਾਂ ਕਰਕੇ ਸਾਨੂੰ ਇਹ ਦਵਾਈਆਂ ਦੀ ਵਰਤੋਂ ਕਰਨੀ ਪੈਂਦੀ ਹੈ। ਜੋ ਅਸੀਂ ਇਹਨੂੰ ਮੈਨੂਅਲੀ ਜਿਵੇਂ ਹੱਥ ਨਾਲ ਹੀ ਅਸੀਂ ਨਦੀਨਾਂ ਦੀ ਰੋਕਥਾਮ ਕਰਨ ਦੇ ਪੁਰਾਣੇ ਸਿਸਟਮ ਵਿੱਚ ਅਸੀਂ ਪਹਿਲਾਂ ਕਰਦੇ ਵੀ ਸੀ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ ਸੀ ਪਰੰਤੂ ਹੁਣ ਲੇਬਰ ਦੀ ਮਹਿੰਗਾਈ ਕਰਕੇ ਇਹ ਇਸ ਤਰੀਕੇ ਨਾਲ ਹੁਣ ਕਿਸਾਨਾਂ ਨੂੰ ਮੁਸ਼ਕਲ ਲੱਗ ਰਿਹਾ ਹੈ। ਜੀ ਡਾਕਟਰ ਸਾਹਿਬ ਉਮੀਦ ਕਰਦੇ ਹਾਂ ਕਿ ਕਿਸਾਨ ਵੀਰ ਇਹਨਾਂ ਦੱਸੀਆਂ ਗੱਲਾਂ ਦੇ ਉੱਤੇ ਗੌਰ ਫਰਮਾਉਣਗੇ। ਤੁਹਾਡਾ ਸਟੂਡੀਓ ਦੇ ਵਿੱਚ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਨੂੰ ਗੁਰਲੀਨ ਸਿੱਧੂ ਨੂੰ ਪ੍ਰੋਗਰਾਮ ਕਿਸਾਨ ਵਾਣੀ ਇੱਥੇ ਖਤਮ ਕਰਨ ਦੀ ਦਿਓ ਆਗਿਆ।